हेलो स्टूडेंट्स अगेन ਤੁਹਾਡੇ ਲਈ ਟਾਸਕ 1 ਦੇ ਉੱਤੇ ਵੀਡੀਓ ਲੈ ਕੇ ਔਰ ਇਹ ਵੀਡੀਓ ਸਪੈਸ਼ਲ ਹੋਊਗੀ ਉਹਨਾਂ ਸਟੂਡੈਂਟਸ ਲਈ ਜਿਨ੍ਹਾਂ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਹੈ ਸੈਂਟੈਂਸ ਬਣਾਉਣ ਦੇ ਵਿੱਚ ਜਿਹੜੇ ਸਾਨੂੰ ਚਾਰਟ ਆਉਂਦੇ ਆ ਫਿਊਚਰ ਦੇ ਵਿੱਚ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਇੱਕ ਚਾਰਟ ਮੇਰੀ ਸਕਰੀਨ ਤੇ ਦੇਖ ਸਕਦੇ ਹੋ ਇਹਦੇ ਵਿੱਚ ਸਾਨੂੰ ਜਿਹੜਾ ਇੱਕ ਫਿਊਚਰ ਦਾ ਟਾਈਮ ਪੀਰੀਅਡ ਦਿੱਤਾ ਹੋਇਆ ਸੋ ਬਹੁਤ ਸਾਰੇ ਸਟੂਡੈਂਟਸ ਮਿਸਟੇਕਸ ਕਰ ਜਾਂਦੇ ਨੇ ਫਿਊਚਰ ਦੇ ਟੈਂਸ ਬਣਾਉਣ ਦੇ ਵਿੱਚ ਵੀ ਕਿਸ ਤਰੀਕੇ ਦੇ ਸੈਂਟੈਂਸ ਬਣਨੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਈ ਵਾਰੀ ਜਾਂ ਫਿਰ ਕਈ ਵਾਰੀ ਉਹ ਪਾਸਟ ਬਿਕੋਜ਼ ਸਮਟਾਈਮਸ ਵੀ ਹੈਵ ਚਾਰਟਸ ਕਦੀ ਸਾਨੂੰ ਇਸ ਤਰ੍ਹਾਂ ਦੇ ਚਾਰਟ ਆ ਜਾਂਦੇ ਆ ਜਿਹਦੇ ਵਿੱਚ ਸਾਨੂੰ ਪਾਸਟ ਦੀ ਇਨਫੋਰਮੇਸ਼ਨ ਵੀ ਦਿੱਤੀ ਹੁੰਦੀ ਆ ਵਿਦ ਫਿਊਚਰ ਦੀ ਇਨਫੋਰਮੇਸ਼ਨ ਵੀ ਦਿੱਤੀ ਹੁੰਦੀ ਆ ਸੋ ਪਾਸਟ ਲਿਖਦੇ ਜਿਹੜਾ ਫਿਊਚਰ ਨੂੰ ਵੀ ਪਾਸਟ ਵਿੱਚ ਲਿਖ ਜਾਂਦੇ ਆ ਜਿਹੜੀ ਇੱਕ ਕਾਮਨ ਮਿਸਟੇਕ ਆ so students in this video I'm going to teach you some structures that you can use in the tasks that show us data about the future so let's get started so students ਇੱਕ ਸਿੰਪਲ ਟਾਸਕ ਮੈਂ ਤੁਹਾਡੀ ਸਕਰੀਨ ਤੇ ਲੈਂਦਾ ਆ ਫਸਟ ਆਫ ਆਲ ਆਪਾਂ ਦੇਖਾਂਗੇ ਕਿ ਕਿਸ ਤਰੀਕੇ ਦਾ ਚਾਰਟ ਆਉਂਦਾ ਆ ਦੈਨ ਦੇਖਾਂਗੇ ਕਿ ਕਿਸ ਤਰੀਕੇ ਨਾਲ ਸੈਂਟੈਂਸ ਬਣਨੇ ਆ ਆਪਾਂ ਸਾਰੇ ਟੈਂਸ ਵੀ ਦੇਖਾਂਗੇ ਵੋਕੈਬਲਰੀ ਵੀ ਦੇਖਾਂਗੇ ਸੋ ਲੈਟਸ ਗੈਟ ਸਟਾਰਟਡ ਫॉर ਐਗਜ਼ਾਮਪਲ ਇਹ ਤੁਹਾਡੀ ਸਕਰੀਨ ਦੇ ਉੱਤੇ ਹੈਗਾ ਕਿ ਪੋਪੂਲੇਸ਼ਨ ਆਫ ਸੀਨੀਅਰ ਸਿਟੀਜ਼ਨਸ ਇਨ ਦ ਯੂਕੇ ਐਂਡ ਦ ਯੂਐਸਏ ਇਟ ਮੀਨਸ ਕਿ ਯੂਕੇ ਐਂਡ ਯੂਐਸਏ ਦੇ ਵਿੱਚ ਸਾਨੂੰ ਸੀਨੀਅਰ ਸਿਟੀਜ਼ਨਸ ਕਹ ਲਈਏ ਜਾਂ ਫਿਰ 올ਡਰ ਪੀਪਲ ਕਹ ਲਈਏ ਉਹਨਾਂ ਦੀ ਜਿਹੜੀ ਪੋਪੂਲੇਸ਼ਨ ਦਿੱਤੀ ਹੋਈ ਆ ਔਰ ਚਾਰਟ ਨੀਚੇ ਤੁਸੀਂ ਦੇਖ ਸਕਦੇ ਆ ਕਿ ਇੱਕ ਈਅਰ ਸਾਨੂੰ ਦਿੱਤਾ ਹੋਇਆ 2010 ਐਂਡ ਇੱਕ ਈਅਰ ਸਾਨੂੰ ਦਿੱਤਾ ਹੋਇਆ 2030 ਸੋ ਇਟ ਮੀਨਸ ਕਿ ਇੱਕ ਈਅਰ ਤੇ ਪਾਸਟ ਦਾ ਹੋ ਗਿਆ ਇੱਕ ਈਅਰ ਜਿਹੜਾ ਸਾਨੂੰ ਫਿਊਚਰ ਦਾ ਦਿੱਤਾ ਹੋਇਆ ਸੋ ਇਹ ਸਾਨੂੰ ਦੋ ਕੰਟਰੀਜ਼ ਆ ਯੂਐਸਏ ਐਂਡ ਯੂਕੇ ਦੋਨਾਂ ਦੀ ਪੋਪੂਲੇਸ਼ਨ ਹੈ ਕਿ 2010 ਦੇ ਵਿੱਚ 20% ਤੇ ਬਾਅਦ ਦੇ ਵਿੱਚ 2030 ਦੇ ਵਿੱਚ 45% ਯੂਕੇ ਦੇ ਵਿੱਚ 50% ਦੈਨ 35% ਸੋ ਇਹ ਸਾਡਾ ਚਾਰਟ ਹੈਗਾ ਇਸ ਤੇ ਆਪਾਂ ਬਾਅਦ ਦੇ ਵਿੱਚ ਆਉਣੇ ਹੁਣ ਇਹਦੇ ਵਿੱਚ ਦੋ ਚੀਜ਼ਾਂ ਸਟੂਡੈਂਟ ਹਮੇਸ਼ਾ ਧਿਆਨ ਰੱਖਣਾ ਕਿ ਦੇਖੋ ਆ ਜਿਹੜਾ 2010 ਤੁਹਾਨੂੰ ਦਿੱਤਾ ਹੋਇਆ ਇਹ ਸਾਡਾ ਐਗਜ਼ੈਕਟ ਟਾਈਮ ਆ ਇਟ ਮੀਨਸ ਕਿ ਜਿਹੜਾ ਬੀਤ ਗਿਆ ਸਮਾਂ ਉਹਦੇ ਵਿੱਚ ਤਾਂ ਜੋ ਡਾਟਾ ਹੋਊਗਾ ਉਹ ਸਾਡਾ ਫਿਕਸ ਹੋਊਗਾ ਮੀਨਸ ਕਿ ਉਹਨੂੰ ਉਸੇ ਤਰੀਕੇ ਦੇ ਨਾਲ ਹੀ ਲਿਖਿਆ ਜਾਊਗਾ ਤੇ ਪਾਸਟ ਟੈਂਸ ਉਹਦੇ ਲਈ ਯੂਜ਼ ਕੀਤਾ ਜਾਊਗਾ ਬਟ ਐਜ਼ ਟੁਡੇਸ ਫੋਕਸ ਇਜ਼ ਔਨ ਦਾ ਫਿਊਚਰ ਟੈਂਸਸ ਸੋ ਜਿਵੇਂ ਕਿ ਅੱਜ ਅਸੀਂ ਫਿਊਚਰ ਦੇ ਟੈਂਸਸ ਦੇ ਉੱਤੇ ਕੰਮ ਕਰਨਾ ਸੋ ਫਿਊਚਰ ਵਾਲੇ ਟੈਂਸਸ ਦੀ ਗੱਲ ਕਰਾਂਗੇ ਹੁਣ ਜਿਹੜਾ ਫਿਊਚਰ ਦੇ ਵਿੱਚ 2030 ਦੇ ਵਿੱਚ ਡਾਟਾ ਦਿੱਤਾ ਹੋਇਆ ਸਾਨੂੰ ਤੁਹਾਨੂੰ ਪਤਾ ਕਿ ਇਹ ਜਿਹੜਾ ਡਾਟਾ ਹੈਗਾ ਫਿਕਸ ਨਹੀਂ ਹੈਗਾ ਮੀਨਸ ਕੀ ਆ ਕਿ ਇਸ ਤਰ੍ਹਾਂ ਨਹੀਂ ਹੋਊਗਾ ਕਿ 2030 ਦੇ ਵਿੱਚ 45% ਪੋਪੂਲੇਸ਼ਨ ਹੀ ਹੋਣੀ ਆ ਉਹਨਾਂ ਦੀ ਸੋ ਇਹ ਜਸਟ ਸਾਨੂੰ ਕੀ ਦਿੱਤਾ ਹੋਇਆ ਇਹ ਸਾਨੂੰ ਦਿੱਤੀਆਂ ਹੋਈਆਂ ਪ੍ਰੋਜੈਕਸ਼ਨਸ ਮੀਨਸ ਕੀ ਆ ਇਸ ਤਰੀਕੇ ਦੇ ਨਾਲ ਮੰਨਿਆ ਗਿਆ ਆ ਕਿ 2030 ਦੇ ਵਿੱਚ ਯੂਐਸਏ ਜਾਂ ਯੂਕੇ ਦੇ ਵਿੱਚ ਇੰਨੇ ਲੋਕ ਜਿਹੜੇ ਆ 올ਡ ਹੋਣਗੇ ਜਾਂ ਸੀਨੀਅਰ ਸਿਟੀਜ਼ਨ ਹੋਣਗੇ ਸੋ ਇਹ ਸਾਨੂੰ ਦਿੱਤੇ ਹੋਇਆ ਪ੍ਰੋਜੈਕਸ਼ਨਸ which we can say estimates ਸਾਨੂੰ ਸਿਰਫ ਐਸਟੀਮੇਟ ਦਿੱਤੇ ਹੋਇਆ ਵੀ ਇਸ ਤਰੀਕੇ ਨਾਲ ਹੋ ਸਕਦਾ ਹੈ ਪੋਸਿਬਿਲਿਟੀ ਸੋ ਕਿਸ ਤਰ੍ਹਾਂ ਲਿਖਣੇ ਇਹ ਵਾਲੇ ਸੈਂਟੈਂਸਸ ਯੂ نو that ਫਿਊਚਰ ਦੇ ਵਿੱਚ ਹੈਗਾ ਤੇ ਸਾਨੂੰ ਫਿਊਚਰ ਟੈਂਸਸ ਨੂੰ ਹੀ ਯੂਜ਼ ਕਰਨਾ ਪਊਗਾ ਸਾਡੇ ਕੋਲ ਅਲੱਗ-ਅਲੱਗ ਟੈਂਸਸ ਹੈਗੇ ਫॉर ਐਗਜ਼ਾਮਪਲ ਵੀ ਕੈਨ ਯੂਜ਼ ਫਿਊਚਰ ਇੰਡੈਫੀਨਾਈਟ ਟੈਂਸ ਵੀ ਯੂਜ਼ ਕੀਤਾ ਜਾਊਗਾ ਕਿਦਾਂ ਯੂਜ਼ ਕਰਨਾ ਨੈਕਸਟ ਐਗਜ਼ਾਮਪਲਸ ਵੀ ਲਵਾਂਗੇ ਸੈਂਟੈਂਸ ਵੀ ਬਣਾ ਕੇ ਦੱਸੂਗਾ ਸਟਰਕਚਰ ਵੀ ਦਊਂਗਾ ਤੁਹਾਨੂੰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਉਸ ਤੋਂ ਬਾਅਦ ਵੀ ਹੈ ਫਿਊਚਰ ਪਰਫੈਕਟ ਟੈਂਸ ਐਂਡ ਦੈਨ ਵੀ ਹੈਵ ਦਾ ਫਿਊਚਰ ਸਿੰਪਲ ਦੈਟ ਇਜ਼ ਕਾਲਡ ਦਾ ਬੀ ਵਰਬ ਸੈਂਟੈਂਸ ਮੀਨਸ ਕਿ ਜਿਹਦੇ ਵਿੱਚ ਆਪਾਂ ਸਿੰਪਲੀ ਬੀ ਵਰਬ ਵਾਲੇ ਸੈਂਟੈਂਸ ਬਣਾਵਾਂਗੇ ਹੋਣਾ ਦੱਸਾਂਗੇ ਸੋ ਇਸ ਤਰੀਕੇ ਦੇ ਸੈਂਟੈਂਸ ਆ ਇਸ ਤੋਂ ਇਲਾਵਾ ਸਟੂਡੈਂਟਸ ਆਪਾਂ ਇਟ ਦੇ ਨਾਲ ਸੈਂਟੈਂਸ ਬਣਾਵਾਂਗੇ ਪੈਸਿਵ ਵੌਇਸ ਵਾਲਾ ਸਟਰਕਚਰ ਯੂਜ਼ ਕਰਕੇ ਜਾਂ ਆਪਾਂ ਕਹ ਲਈਏ ਰਿਲੇਟਿਵ ਕਲੌਜ਼ ਲਗਾ ਕੇ ਉਹਦੇ ਨਾਲ ਦੈਟ ਕਲੌਜ਼ਸ ਲਗਾਵਾਂਗੇ ਉਹਦੇ ਨਾਲ ਵੀ ਸੈਂਟੈਂਸ ਬਣਨਗੇ ਸੋ ਕੁਝ ਕੁ ਵੋਕੈਬਲਰੀ ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਸੋ ਵੋਕੈਬਲਰੀ ਤੋਂ ਬਾਅਦ ਫਿਰ ਜਿਹੜਾ ਆਪਾਂ ਸੈਂਟੈਂਸ ਕਿਸ ਤਰੀਕੇ ਨਾਲ ਕਿੱਦਾਂ ਦੇ ਵਰਡ ਆ ਜਿਹੜੇ ਫਿਕਸ ਹੀ ਤੁਸੀਂ ਯੂਜ਼ ਕਰ ਸਕਦੇ ਸਟੂਡੈਂਟ ਕੋਈ ਪ੍ਰੋਬਲਮ ਨਹੀਂ ਹੈਗੀ ਫਿਊਚਰ ਵਾਲੇ ਚਾਰਟ ਲਿਖਣਾ ਬਹੁਤ ਈਜ਼ੀ ਆ ਕੁਝ ਕੁ ਫਿਕਸ ਸਟਰਕਚਰ ਆ ਜਿੱਥੇ ਮਰਜ਼ੀ ਲਿਖ ਦਿਓ ਈਜ਼ੀਲੀ ਤੁਸੀਂ ਆਪਣਾ ਜਿਹੜਾ ਫਿਊਚਰ ਵਾਲਾ ਚਾਰਟ ਕੰਪਲੀਟ ਕਰ ਲਓਗੇ ਸੋ ਵੀਡੀਓ ਨੂੰ ਦੇਖਦੇ ਰਹੋ ਹੁਣ ਆਪਾਂ ਦੇਖਦੇ ਹਾਂ ਕੁਝ ਕੁ ਵਰਡਸ ਕੁਝ ਕੁ ਵੋਕੈਬਲਰੀ ਜਿਹੜੀ ਤੁਸੀਂ ਹਰ ਇੱਕ ਚਾਰਟ ਦੇ ਵਿੱਚ ਇਸ ਤਰੀਕੇ ਨਾਲ ਹੀ ਯੂਜ਼ ਕਰੋਗੇ ਸੋ ਸਟੂਡੈਂਟਸ ਤੁਹਾਡੀ ਸਕਰੀਨ ਦੇ ਉੱਤੇ ਮੈਂ ਕੁਝ ਕੁ ਵੋਕੈਬਲਰੀ ਲਿਖੀ ਹੈ ਜਿਹਨੂੰ ਤੁਸੀਂ ਨੋਟ ਕਰ ਲੈਣਾ ਆ ਤੇ ਨਾਲ ਕੁਝ ਕੁ ਟਾਈਮ ਐਕਸਪ੍ਰੈਸ਼ਨਸ ਜਿਹੜੇ ਆਪਾਂ ਫਿਊਚਰ ਵਾਲੇ ਚਾਰਟਸ ਦੇ ਵਿੱਚ ਯੂਜ਼ ਕਰ ਰਹੇ ਹਾਂ ਸੋ ਫਸਟ ਆਫ ਆਲ ਤੁਹਾਨੂੰ ਪਤਾ ਕਿ ਅਸੀਂ ਇੱਕ ਵਰਡ ਨੂੰ ਦੋ ਤਿੰਨ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ ਵੀ ਕਿਸੇ ਵਰਡ ਨੂੰ ਆਪਾਂ ਐਜ਼ ਅ ਨਾਊਨ ਵੀ ਯੂਜ਼ ਕਰ ਸਕਦੇ ਹਾਂ ਸੈਂਟੈਂਸ ਦੇ ਵਿੱਚ ਵੈਰਾਈਟੀ ਲਿਆਉਣ ਦੇ ਲਈ ਉਸੇ ਹੀ ਆਪਾਂ ਵਰਡ ਨੂੰ ਐਜ਼ ਅ ਵਰਬ ਵੀ ਯੂਜ਼ ਕਰ ਸਕਦੇ ਹਾਂ ਡਿਫਰੈਂਟ ਤਰੀਕੇ ਦੇ ਨਾਲ ਤਾਂ ਕਿ ਸਾਡੀ ਸੈਂਟੈਂਸਸ ਦੇ ਵਿੱਚ ਵੈਰਾਈਟੀ ਆ ਜਾਏ ਪਲੱਸ ਐਗਜ਼ਾਮੀਨਰ ਨੂੰ ਤੁਸੀਂ ਇਹ ਵੀ ਸ਼ੋ ਕਰ ਸਕੋ ਕਿ ਯੂ نو ਹਾਊ ਯੂ ਕੈਨ ਚੇਂਜ ਦਾ ਫਾਰਮੇਸ਼ਨ ਆਫ ਵਰਡਸ ਕਿ ਕਿਸੇ ਵਰਡ ਦੀ ਤੁਸੀਂ ਫਾਰਮੇਸ਼ਨ ਨੂੰ ਕਿਸੇ ਵਰਡ ਦੇ ਯੂਜ਼ ਨੂੰ ਤੁਸੀਂ ਕਿਸ ਤਰੀਕੇ ਨਾਲ ਚੇਂਜ ਕਰ ਸਕਦੇ ਆ ਸੋ ਕੁਝ ਨਾਉਨ ਸਾਡੇ ਕੋਲ ਹੈਗਾ ਫॉर ਐਗਜ਼ਾਮਪਲ ਪ੍ਰੋਜੈਕਸ਼ਨਸ ਐਜ਼ ਯੂ نو that ਕਿ ਸਾਡੇ ਕੋਲ 2030 ਦੀਆਂ ਪ੍ਰੋਜੈਕਸ਼ਨਸ ਦਿੱਤੀਆਂ ਹੋਈਆਂ ਸੋ ਅਸੀਂ ਕਹਿ ਸਕਦੇ ਹਾਂ ਕਿ ਪ੍ਰੋਜੈਕਸ਼ਨਸ ਐਸਟੀਮੇਟ ਹੀ ਲਗਾਏ ਗਏ ਆ ਇਹ ਐਗਜ਼ੈਕਟ ਡਾਟਾ ਤਾਂ ਨਹੀਂ ਹੈਗਾ ਫੋਰਕਾਸਟ ਵੀ ਕੀ ਹੁੰਦੀ ਆ ਭਵਿੱਖਬਾਣੀ ਕਰਨੀ ਸੋ ਉਸੇ ਤਰ੍ਹਾਂ ਪ੍ਰੈਡਿਕਸ਼ਨਸ ਵੀ ਕੀ ਹੁੰਦੀਆਂ ਕਿ ਆਪਾਂ ਪ੍ਰੈਡਿਕਟ ਕੀਤਾ ਕਿ ਵੀ ਸ਼ਾਇਦ ਇਸ ਤਰੀਕੇ ਦੇ ਨਾਲ ਹੋਊਗੀ ਸੋ ਇਹ ਸਾਰੇ ਨਾਉਨ ਆ ਇਹਨਾਂ ਦੇ ਨਾਲ ਅਲੱਗ ਤਰੀਕੇ ਨਾਲ ਸੈਂਟੈਂਸ ਬਣਾ ਕੇ ਦੱਸੂਗਾ ਦੈਨ ਵੀ ਹੈਵ ਦਾ ਵਰਬਸ
ਹੁਣ ਸੇਮ ਹੀ ਵਰਡਸ ਨੂੰ ਐਜ਼ ਅ ਵਰਬ ਯੂਜ਼ ਕਰਾਂਗੇ ਤਾਂ ਸੈਂਟੈਂਸ ਅਲੱਗ ਤਰੀਕੇ ਨਾਲ ਬਣੂਗਾ, ਐਕਟਿਵ ਪੈਸਿਵ ਦੋਨੋਂ ਤਰੀਕੇ ਦੇ ਸੈਂਟੈਂਸ ਬਣਨਗੇ। ਸੋ ਵਰਬਸ ਹੈਗੇ ਆ ਟੂ ਪ੍ਰੋਜੈਕਟ ਕਰਨਾ, ਟੂ ਐਸਟੀਮੇਟ ਅੰਦਾਜ਼ਾ ਲਗਾਉਣਾ, ਟੂ ਫੋਰਕਾਸਟ ਭਵਿੱਖਬਾਣੀ ਕਰਨਾ, ਪਲੱਸ ਟੂ ਪ੍ਰੈਡਿਕਟ ਵੀ ਅਗੇਨ ਸੇਮ ਵੀ ਕੈਨ ਸੇ to make predictions about the future. So ਇਹ ਸਾਰੇ ਹੈਗੇ noun and verb. After that we have some time expressions that can be used in these kind of charts. For example, by 2030 ਆਪਾਂ by ਵੀ use ਕਰ ਸਕਦੇ ਹਾਂ, within next 20 years ਅਗਲੇ 20 ਸਾਲਾਂ ਦੇ ਵਿੱਚ, in the following 20 years ਵੀ ਕਹਿ ਸਕਦੇ ਇੱਥੇ ਆਪਾਂ, within 2 decades ਦਾ ਮਤਲਬ ਕੀ ਹੋ ਗਿਆ ਕਿ 20 ਸਾਲ ਦਾ ਸਮਾਂ ਤੇ ਉਹਨੂੰ ਆਪਾਂ 2 decades ਵੀ ਕਹਿ ਸਕਦੇ ਹਾਂ। ਸੋ in 2030 ਵੀ ਯੂਜ਼ ਕੀਤਾ ਜਾ ਸਕਦਾ। ਸੋ ਸਟੂਡੈਂਟਸ ਇਹ ਹੈਗੀ ਆ ਬੇਸਿਕ ਵੋਕੈਬਲਰੀ। ਹੁਣ ਆਪਾਂ ਦੇਖਦੇ ਹਾਂ ਵੀ ਆਪਾਂ ਕਿਸ ਤਰੀਕੇ ਦੇ ਨਾਲ ਇਹ ਸਾਰੇ ਵਰਡਸ ਨੂੰ ਅਲੱਗ-ਅਲੱਗ ਸੈਂਟੈਂਸਸ ਦੇ ਵਿੱਚ ਯੂਜ਼ ਕਰਨਾ ਹੈ। ਸੋ ਲਓ ਜੀ ਸਟੂਡੈਂਟਸ, ਪਹਿਲੀ ਕੈਟਾਗਰੀ ਸਾਡੇ ਕੋਲ ਸੈਂਟੈਂਸਸ ਦੀ ਸਾਡੀ ਸਕਰੀਨ ਦੇ ਉੱਤੇ ਆ। ਸੋ ਮੈਂ ਲਿਖਿਆ ਹੋਇਆ ਕਿ ਫਸਟ ਟਾਈਪ ਦੇ ਸੈਂਟੈਂਸ ਕਿਸ ਤਰੀਕੇ ਨਾਲ ਬਣਨੇ। ਸੋ ਇਨ ਦਾ ਫਸਟ ਕਾਈਂਡ ਆਫ ਸੈਂਟੈਂਸਸ ਸਟੂਡੈਂਟਸ you have to keep in your mind a fixed structure, ਕਿ ਤੁਹਾਡੇ ਮਾਈਂਡ ਦੇ ਵਿੱਚ ਇੱਕ ਫਿਕਸਡ ਸਟਰਕਚਰ ਹੀ ਹੋਣਾ ਚਾਹੀਦਾ ਆ, ਜਿਹੜਾ ਤੁਸੀਂ ਸਕਰੀਨ ਤੇ ਦੇਖ ਸਕਦੇ ਆ। ਇਟ ਇਜ਼ ਪ੍ਰੋਜੈਕਟਡ, ਇੱਥੇ ਆਪਾਂ ਜਿਹੜੀਆਂ ਉੱਥੇ ਆਪਾਂ ਪਿੱਛੇ ਵੋਕੈਬਲਰੀ ਲਿਖੀ ਸੀ ਉਹਨਾਂ ਨੂੰ ਐਜ਼ ਅ ਵਰਬ ਯੂਜ਼ ਕਰਦੇ ਪਏ ਆ, ਵਰਬ ਦੀ ਥਰਡ ਫਾਰਮ ਦੇ ਰੂਪ ਦੇ ਵਿੱਚ। ਸੋ ਇਹ ਫਿਕਸਡ ਹੀ ਆ ਸਟੂਡੈਂਟ। ਇਟ ਇਜ਼ ਪ੍ਰੋਜੈਕਟਡ ਲਿਖ ਲਓ, ਐਸਟੀਮੇਟਡ ਲਿਖ ਲਓ, ਪ੍ਰੈਡਿਕਟਡ ਲਿਖ ਲਓ। ਸੌਰੀ ਐਗਜ਼ਾਮਪਲ ਮੈਂ ਇੱਕ ਵਰਡ ਜਿਹੜਾ ਮਿਸਟੇਕ ਕਰ ਗਿਆ ਇੱਥੇ। ਸੋ ਇੱਥੇ ਆਪਾਂ ਕੀ ਲਿਖ ਸਕਦੇ ਸੀਗੇ, ਪ੍ਰੈਡਿਕਟਡ, ਐਸਟੀਮੇਟਡ, ਪ੍ਰੋਜੈਕਟਡ ਐਂਡ ਫੋਰਕਾਸਟਡ। ਸੋ ਆਹ ਵਾਲੇ ਵਰਡ ਜਿਹੜੇ ਆਪਾਂ ਇੱਥੇ ਯੂਜ਼ ਕਰ ਸਕਦੇ ਹਾਂ ਐਜ਼ ਅ ਵਰਬ। ਸੋ ਇਸ ਤੋਂ ਬਾਅਦ ਜਿਹੜਾ ਹੈ ਸਟਰਕਚਰ ਸਟੂਡੈਂਟਸ ਲੱਗਣਾ ਹੈਗਾ that। ਜਦੋਂ ਵੀ ਤੁਸੀਂ ਇਟ ਇਜ਼ ਪ੍ਰੋਜੈਕਟਡ ਵਗੈਰਾ ਜਾਂ ਇਹਨਾਂ ਚੋਂ ਕੁਝ ਵੀ ਵਰਬ ਲਿਖ ਲਿਆ, then you have to use that। ਇਹ ਇੰਪੋਰਟੈਂਟ ਹੈ, that ਨੂੰ ਇੱਥੇ ਜਿਹੜਾ omit ਨਹੀਂ ਕਰ ਸਕਦੇ ਆਪਾਂ। ਉਸ ਤੋਂ ਬਾਅਦ that ਤੋਂ ਬਾਅਦ ਤੁਸੀਂ ਅੱਗੇ ਆ ਜਾਓ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤੋਂ ਬਾਅਦ ਅਸੀਂ ਕੋਈ ਵੀ ਟੈਂਸ ਯੂਜ਼ ਕਰ ਸਕਦੇ ਹਾਂ। we can use future indefinite, we can use future perfect, we can use future simple that is with be verb, and then we can use future continuous। ਸਪੇਸ ਘੱਟ ਹੋਣ ਦੇ ਕਰਕੇ ਇਹਨੂੰ ਉੱਪਰ ਲਿਖ ਲਿਆ। ਸੋ ਚਾਰ ਤਰ੍ਹਾਂ ਦੇ ਫਿਊਚਰ ਦੇ ਟੈਂਸ ਆਪਾਂ ਇੱਥੇ ਯੂਜ਼ ਕਰ ਸਕਦੇ ਹਾਂ। ਸੋ ਫਿਊਚਰ ਕੰਟੀਨਿਊਸ ਨੂੰ ਵੀ ਇੱਥੇ ਯੂਜ਼ ਕੀਤਾ ਜਾ ਸਕਦਾ ਆ। ਐਗਜ਼ਾਮਪਲਸ ਦੇ ਨਾਲ ਦੇਖਦੇ ਹਾਂ ਕਿਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਯੂਜ਼ ਕਰਨਾ। ਸੋ ਮੈਂ ਸਟੂਡੈਂਟਸ ਨਾਲ ਦੀ ਨਾਲ ਸਟਰਕਚਰ ਵੀ ਲਿਖਣ ਦੀ ਕੋਸ਼ਿਸ਼ ਕੀਤੀ ਆ ਵੀ ਸੈਂਟੈਂਸ ਇਹ ਬਣਦੇ ਕਿਦਾਂ। ਸੋ ਇਹ ਵੀ ਤੁਸੀਂ ਖਿਆਲ ਰੱਖਣਾ ਵੀ ਸੈਂਟੈਂਸ ਬਣਦੇ ਕਿਦਾਂ। ਸੋ ਜਿਵੇਂ ਕਿ ਫਿਊਚਰ ਇੰਡੈਫੀਨਿਟ ਸਬਜੈਕਟ ਪਲੱਸ ਵਿਲ ਪਲੱਸ ਵਰਬ ਦੀ ਫਸਟ ਫਾਰਮ ਲੱਗੂਗੀ। ਨਾਲ ਐਗਜ਼ਾਮਪਲ ਦੇਖਾਂਗੇ। ਫਿਊਚਰ ਪਰਫੈਕਟ ਦੇ ਵਿੱਚ ਵਿਲ ਹੈਵ ਪਲੱਸ ਵਰਬ ਦੀ ਥਰਡ ਫਾਰਮ, ਐਂਡ ਦੈਨ ਫਿਊਚਰ ਸਿੰਪਲ ਦੇ ਵਿੱਚ ਵਿਲ ਬੀ ਪਲੱਸ ਨਾਉਨ, ਐਂਡ ਦੈਨ ਕੰਟੀਨਿਊਸ ਦੇ ਵਿੱਚ ਵਿਲ ਬੀ ਪਲੱਸ ਵਰਬ ਦੀ ਫੋਰਥ ਫਾਰਮ। ਸੋ ਇਹ ਸਟਰਕਚਰ ਯਾਦ ਰੱਖਣੇ। ਸਟਰਕਚਰ ਨਹੀਂ ਪਤਾ ਤੇ ਤੁਸੀਂ ਥੋੜਾ ਜਿਹਾ ਟੈਂਸ ਨੂੰ ਪਹਿਲਾਂ ਧਿਆਨ ਨਾਲ ਦੇਖ ਲੈਣਾ। ਸੋ ਹੁਣ ਦੇਖਦੇ ਐਗਜ਼ਾਮਪਲ। ਸੋ ਪਹਿਲਾ ਸੈਂਟੈਂਸ ਮੈਂ ਬਣਾਇਆ ਸਟੂਡੈਂਟਸ, ਇਟ ਇਜ਼ ਪ੍ਰੋਜੈਕਟਡ, ਕਿ ਇਹ ਪ੍ਰੋਜੈਕਟ ਕੀਤਾ ਗਿਆ ਹੈ। ਇਹਦਾ ਮੀਨਿੰਗ ਇਹ ਹੋ ਗਿਆ ਪ੍ਰੋਜੈਕਟ ਕੀ ਕੀਤਾ ਗਿਆ, ਪ੍ਰੋਜੈਕਟ ਕੀਤਾ ਗਿਆ ਆ ਉਹ ਸਾਨੂੰ ਦੱਸਣਾ that ਨੇ ਵੀ ਕੀ ਪ੍ਰੋਜੈਕਟ ਕੀਤਾ ਗਿਆ ਹੈ। ਬਿਕੋਜ਼ ਐਸ ਇਟ ਦਾ ਮੀਨਿੰਗ ਜਿਹੜਾ ਹੈ ਨਾ, ਐਸ ਇਟ ਦਾ ਮੀਨਿੰਗ ਸਾਨੂੰ ਐਸ that ਨੇ ਦੇਣਾ। ਸੋ ਉਹ ਅੱਗੇ ਜਿਹੜਾ ਸਾਡਾ that ਕਲਾਉਜ਼ ਲੱਗਿਆ ਆ ਉਹਨੇ ਸਾਨੂੰ ਮੀਨਿੰਗ ਦੇਣਾ ਵੀ ਕੀ ਪ੍ਰੋਜੈਕਟ ਕੀਤਾ ਗਿਆ। ਸੋ ਪ੍ਰੋਜੈਕਟ ਕੀ ਕੀਤਾ ਗਿਆ ਕਿ ਪੋਪੂਲੇਸ਼ਨ ਇਨ ਦਾ USA will increase so to 45% by 2030। ਮੈਂ ਤੁਹਾਨੂੰ ਦੱਸਿਆ ਟਾਈਮ ਪੀਰੀਅਡ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ। ਸੋ ਇਹਦੇ ਵਿੱਚ ਮੈਂ ਕਿਹੜਾ ਟੈਂਸ ਯੂਜ਼ ਕੀਤਾ, ਪੋਪੂਲੇਸ਼ਨ ਇਨ ਦਾ USA will plus increase, ਵਰਬ ਦੀ ਫਸਟ ਫਾਰਮ ਫਿਊਚਰ ਇੰਡੈਫੀਨਿਟ ਟੈਂਸ ਯੂਜ਼ ਕੀਤਾ ਹੈ ਪਹਿਲੇ ਦੇ ਵਿੱਚ ਕਿ ਜਿਹੜੀ ਪੋਪੂਲੇਸ਼ਨ ਕਹਿੰਦਾ ਕਿ ਕੀ ਪ੍ਰੋਜੈਕਟ ਕੀਤਾ ਗਿਆ ਕਿ ਜਿਹੜੀ ਪੋਪੂਲੇਸ਼ਨ ਹੈਗੀ ਹੈ USA ਦੇ ਵਿੱਚ will increase to 45% by 2030। ਇਟ ਮੀਨਸ ਕੀ ਹੈ ਕਿ ਇੱਕ ਪ੍ਰੋਜੈਕਸ਼ਨ ਆ, ਹਾਲੇ ਤੱਕ ਪਤਾ ਨਹੀਂ ਇਦਾਂ ਹੋਣੀ ਜਾਂ ਨਹੀਂ ਹੋਣੀ। ਸੋ ਪ੍ਰੋਜੈਕਟ ਇਹ ਕੀਤਾ ਗਿਆ ਕਿ ਉਹਨਾਂ ਦੀ ਜਿਹੜੀ ਪੋਪੂਲੇਸ਼ਨ ਆ 2030 ਤੱਕ ਜਿਹੜੀ ਆ ਉਹ ਕਿੱਥੇ ਵੱਧ ਜੂਗੀ, ਉਹ ਪਹੁੰਚ ਜੂਗੀ 45% ਤੇ। ਦੈਨ ਨੈਕਸਟ ਸੈਂਟੈਂਸ, ਅਗਲਾ ਟੈਂਸ ਫਿਊਚਰ ਪਰਫੈਕਟ ਆ। ਸੋ ਮੈਂ ਵੀ ਫਿਊਚਰ ਪਰਫੈਕਟ ਟੈਂਸ ਯੂਜ਼ ਕੀਤਾ। ਸੋ ਸਟੂਡੈਂਟਸ ਇੱਥੇ ਮੈਂ ਜਿਹੜੇ ਆ ਸੇਮ ਤਰੀਕੇ ਨਾਲ ਲਿਖਿਆ ਜਾਣਾ, ਇਸ ਕਰਕੇ ਮੈਨੂੰ ਦੁਬਾਰਾ ਰਿਪੀਟ ਨਹੀਂ ਕੀਤਾ। ਸੋ ਉਸ ਤੋਂ ਅੱਗੇ ਅਸੀਂ ਫਿਊਚਰ ਪਰਫੈਕਟ ਯੂਜ਼ ਕੀਤਾ ਕਿ ਪੋਪੂਲੇਸ਼ਨ ਇਨ ਦਾ US will have reached। ਆਹ ਵਾਲਾ ਤੁਸੀਂ ਫਿਕਸ ਸੈਂਟੈਂਸ ਯੂਜ਼ ਕਰ ਸਕਦੇ ਆ। will have reached ਦਾ ਮਤਲਬ ਕੀ ਆ, ਪਹੁੰਚ ਚੁੱਕੀ ਹੋਵੇਗੀ। ਸੋ will have reached ਕਿੱਥੇ ਪਹੁੰਚ ਚੁੱਕੀ ਹੋਵੇਗੀ, ਇਹਦੇ ਨਾਲ ਲੱਗਣਾ at 45%। ਉਸ ਤੋਂ ਪਿੱਛੇ ਟਾਈਮ ਪੀਰੀਅਡ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਆ, ਤੁਹਾਡੀ ਆਪਣੀ ਚੋਇਸ ਹੈ। ਦੈਨ ਵੀ ਹੈਵ ਦਾ ਥਰਡ ਵਨ ਦੇ ਵਿੱਚ ਅਗੇਨ ਮੈਂ ਇਹਨਾਂ ਨੂੰ ਰਿਪੀਟ ਨਹੀਂ ਕੀਤਾ ਹੈਗਾ, ਤੁਸੀਂ ਪਿਛਲੇ ਸੈਂਟੈਂਸ ਨੂੰ ਦੇਖ ਸਕਦੇ। ਹੁਣ ਮੈਂ ਸਿੰਪਲ ਦੀ ਗੱਲ ਕਰਨ ਲੱਗਿਆ। ਸਿੰਪਲ ਦੇ ਵਿੱਚ ਕੀ ਆ ਕਿ ਪੋਪੂਲੇਸ਼ਨ will be, ਇਹਦਾ ਮਤਲਬ ਕਿ ਪੋਪੂਲੇਸ਼ਨ ਹੋਵੇਗੀ। ਕੀ ਹੋਵੇਗੀ ਪੋਪੂਲੇਸ਼ਨ 45% in 2030। ਸੋ ਮੈਂ ਬਾਕੀ ਚੀਜ਼ਾਂ ਇੱਥੇ ਰਿਪੀਟ ਨਹੀਂ ਕੀਤੀਆਂ। USA ਉਹ ਜਿਹੜੀ ਵੀ ਕੰਟਰੀ ਜਾਂ ਜਿੱਦਾਂ ਦਾ ਵੀ ਤੁਹਾਨੂੰ ਡਾਟਾ ਆਇਆ ਤੁਸੀਂ ਉਹਨੂੰ ਫਿਕਸ ਕਰਨਾ,
ਉਹਦੇ ਨਾਲ ਦੀ ਨਾਲ ਲਿਖਿਆ ਜਾਣਾ। ਸੋ ਮੈਂ ਸਿੰਪਲੀ ਸੈਂਟੈਂਸਸ ਲਿਖ ਰਿਹਾ ਕਿ ਜਿਹੜੀ ਪੋਪੂਲੇਸ਼ਨ ਹੈ ਕਿੰਨੀ ਹੋਵੇਗੀ 45% ਹੋਵੇਗੀ ਬਾਈ 2030 ਜਾਂ ਇਨ 2030। ਸੋ ਇਹ ਸੀਗਾ ਇੱਕ ਸੈਂਟੈਂਸ। ਇੱਕ ਹੈਗਾ ਲਾਸਟ ਸੈਂਟੈਂਸ, फोर्थ सेंटेंस स्टूडेंट्स, ਇਹਦੇ ਵਿੱਚ ਕੀ ਆ ਕੰਟੀਨਿਊਸ ਨੂੰ ਯੂਜ਼ ਕੀਤਾ ਕਿ 45% ਸੀਨੀਅਰ ਸਿਟੀਜ਼ਨਸ ਵਿਲ ਬੀ ਲਿਵਿੰਗ in the USA in 2030। ਇਟ ਮੀਨਸ ਕੀ ਹੋ ਗਿਆ ਕਿ ਯੂਕੇ ਦੇ ਵਿੱਚ ਇਹ ਪ੍ਰੋਜੈਕਟ ਕੀਤਾ ਗਿਆ ਕਿ ਉੱਥੇ 45% ਜਿਹੜੇ ਆ ਸੀਨੀਅਰ ਸਿਟੀਜ਼ਨਸ ਰਹਿ ਰਹੇ ਹੋਣਗੇ ਬਾਈ 2030 ਜਾਂ ਇਨ 2030। ਸੋ ਸਟੂਡੈਂਟਸ ਹੋਪ ਹੈ ਕਿ ਤੁਹਾਨੂੰ ਪਹਿਲੀ ਕੈਟਾਗਰੀ ਦੇ ਸਾਰੇ ਸੈਂਟੈਂਸ ਸਮਝ ਆ ਗਏ ਹੋਣਗੇ। ਨੈਕਸਟ ਕੈਟਾਗਰੀ ਦੇਖਦੇ ਹਾਂ ਕਿ ਉਸ ਤਰੀਕੇ ਦੇ ਵਿੱਚ ਉਦੋਂ ਅਸੀਂ ਕਿੱਦਾਂ ਯੂਜ਼ ਕਰਨਾ। ਨੈਕਸਟ ਕੈਟਾਗਰੀ ਦੇ ਵਿੱਚ ਸਟੂਡੈਂਟ ਆਪਾਂ ਕੀ ਕਰਾਂਗੇ ਕਿ ਅਸੀਂ ਜਿਹੜੇ ਐਜ਼ ਅ ਵਰਬ ਪ੍ਰੋਜੈਕਟਡ, ਐਸਟੀਮੇਟਡ, ਪ੍ਰੈਡਿਕਸ਼ਨਸ ਨੂੰ ਯੂਜ਼ ਕੀਤਾ, ਇਹਨਾਂ ਨੂੰ ਯੂਜ਼ ਕਰਾਂਗੇ ਐਜ਼ ਅ ਨਾउन ਤੇ ਬਾਕੀ ਸੈਂਟੈਂਸ ਜਿਹੜੇ ਆ ਦੇਖਾਂਗੇ ਕਿੱਦਾਂ ਬਣਦੇ। ਸੋ ਸਟੂਡੈਂਟਸ ਸੈਕੰਡ ਟਾਈਪ ਹੁਣ ਸਾਡੇ ਸਾਹਮਣੇ ਹੈਗੀ ਆ, ਤੁਸੀਂ ਦੇਖ ਸਕਦੇ ਆ ਕਿ ਸੈਕੰਡ ਟਾਈਪ ਦੇ ਵਿੱਚ ਸੌਰੀ ਮੈਂ ਇੱਥੋਂ ਫਸਟ ਟਾਈਪ ਜਿਹੜੀ ਹੈ ਰੇਜ਼ ਨਹੀਂ ਕੀਤੀ ਹੈਗੀ, ਇਹਨੂੰ ਆਪਾਂ ਜਿਹੜਾ ਗਲਤ ਕਰ ਦਵਾਂਗੇ। ਫਸਟ ਟਾਈਪ ਸਾਡੀ ਕੰਪਲੀਟ ਹੋ ਚੁੱਕੀ ਹੈ। ਸੈਕੰਡ ਟਾਈਪ ਦੇ ਉੱਤੇ ਆਉਂਦੇ ਆ। ਸੈਕੰਡ ਟਾਈਪ ਦੇ ਵਿੱਚ ਕੀ ਹੈਗਾ ਕਿ ਮੈਂ ਜਿਹੜੇ ਵਰਡਸ ਪਹਿਲਾਂ ਤੁਹਾਨੂੰ ਲਿਖਾਏ ਸੀਗੇ ਨਾउन ਐਂਡ ਵਰਬਸ ਦੇ ਰੂਪ ਦੇ ਵਿੱਚ, ਹੁਣ ਆਪਾਂ ਉਹਨਾਂ ਨੂੰ ਐਜ਼ ਅ ਨਾउन ਯੂਜ਼ ਕਰਦੇ ਪਏ ਆ। ਸੋ ਜਦੋਂ ਆਪਾਂ ਨਾउन ਯੂਜ਼ ਕਰਾਂਗੇ ਫਿਰ ਸਾਨੂੰ ਅਲੱਗ ਤਰ੍ਹਾਂ ਦੇ ਵਰਬ ਇੱਥੇ ਯੂਜ਼ ਕਰਨੇ ਪੈਣੇ। ਹੁਣ ਐਗਜ਼ਾਮਪਲ ਦੇ ਤੌਰ ਤੇ ਕਿ ਪ੍ਰੋਜੈਕਟ ਦਾ ਸਾਡਾ ਨਾउन ਸੀਗਾ ਪ੍ਰੋਜੈਕਸ਼ਨਸ। ਪ੍ਰੋਜੈਕਸ਼ਨਸ ਕੀ ਹੋ ਗਈਆਂ ਵੀ ਜਿਹੜੇ ਅੰਦਾਜ਼ੇ ਲਗਾਏ ਗਏ ਉਹਨੂੰ ਆਪਾਂ ਪ੍ਰੋਜੈਕਸ਼ਨਸ ਕਹਿ ਦਵਾਂਗੇ। ਸੋ ਪ੍ਰੋਜੈਕਸ਼ਨਸ, ਰਿਵੀਲ ਜਾਂ ਸ਼ੋ, ਇਹਦੇ ਲਈ ਤੁਹਾਡੇ ਕੋਲ ਅਨੇਕਾਂ ਵਰਡ ਹੈਗੇ ਆ, ਮੈਨੂੰ ਪਤਾ ਤੁਸੀਂ ਯੂਜ਼ ਕਰ ਸਕਦੇ ਆ ਇੱਥੇ ਸ਼ੋ ਦੀ ਜਗ੍ਹਾ ਤੇ ਕੁਝ ਵੀ। ਸੋ ਪ੍ਰੋਜੈਕਸ਼ਨਸ, ਰਿਵੀਲ that ਲੱਗਣਾ। ਉਸ ਤੋਂ ਬਾਅਦ ਫਿਰ ਤੁਸੀਂ ਫਿਊਚਰ ਇੰਡੈਫੀਨਾਈਟ ਲਗਾ ਲਓ, ਪਰਫੈਕਟ ਲਗਾ ਲਓ, ਸਿੰਪਲ ਲਗਾ ਲਓ, ਕੰਟੀਨਿਊਸ ਲਗਾ ਲਓ। ਸੇਮ ਤਰੀਕੇ ਨਾਲ ਯੂਜ਼ ਹੋਣਾ ਜਿੱਦਾਂ ਤੁਸੀਂ ਪਿਛਲੀ ਕੈਟਾਗਰੀ ਦੇ ਵਿੱਚ ਦੇਖ ਕੇ ਆਏ। ਮੈਂ ਐਗਜ਼ਾਮਪਲ ਯੂਜ਼ ਕੀਤੀ ਆ ਕਿ ਪ੍ਰੋਜੈਕਸ਼ਨਸ ਡਿਪਿਕਟ that the USA will have 45% old population by 2030। ਇਹਦਾ ਕੀ ਹੈ ਫਿਊਚਰ ਇੰਡੈਫੀਨਾਈਟ ਆ, will ਪਲੱਸ have ਵਰਬ ਦੀ ਫਸਟ ਫਾਰਮ ਯੂਜ਼ ਕੀਤੀ ਹੈ ਇੱਥੇ। ਸੋ ਇਹਦਾ ਮੀਨਸ ਕੀ ਹੋ ਗਿਆ ਕਿ ਪ੍ਰੋਜੈਕਸ਼ਨਾਂ ਇਹ ਸ਼ੋ ਕਰਦੀਆਂ ਹੈ ਕਿ USA ਦੇ ਵਿੱਚ 45% 올ਡ ਪੋਪੂਲੇਸ਼ਨ ਹੋਊਗੀ 2030 ਤੱਕ। ਅਗੇਨ ਇੱਕ ਹੋਰ ਸੈਂਟੈਂਸ ਬਣਾਇਆ ਕਿ ਪ੍ਰੈਡਿਕਸ਼ਨਸ ਸ਼ੋ 45% 올ਡ ਪੋਪੂਲੇਸ਼ਨ ਵਿਲ ਬੀ ਰਿਜ਼ਾਈਡਿੰਗ ਇਨ ਦਾ US ਬਾਈ 2030 ਜਾਂ ਇਨ 2030। ਸੋ ਇਹਦਾ ਮੀਨਿੰਗ ਕੀ ਹੋ ਗਿਆ ਕੰਟੀਨਿਊਸ ਯੂਜ਼ ਕੀਤਾ ਕਿ ਪ੍ਰੈਡਿਕਸ਼ਨਾਂ ਇਹ ਸ਼ੋ ਕਰਦੀਆਂ ਹੈ ਕਿ 45% 올ਡ ਪੋਪੂਲੇਸ਼ਨ ਜਿਹੜੀ ਹੈ USA ਦੇ ਵਿੱਚ ਰਹਿ ਰਹੀ ਹੋਗੀ 2030 ਤੱਕ। ਸੋ ਸਟੂਡੈਂਟਸ ਆਈ ਹੋਪ ਹੈ ਕਿ ਤੁਹਾਨੂੰ ਇਹ ਵੀ ਕੈਟਾਗਰੀ ਸਮਝ ਆਈ ਹੋਗੀ ਔਰ ਥੋੜਾ ਕੰਫਿਊਜ਼ ਨਾ ਹੋਏ ਅਲੱਗ-ਅਲੱਗ ਸੈਂਟੈਂਸਸ ਦੇ ਵਿੱਚ। ਮੈਂ ਤੁਹਾਨੂੰ ਐਂਡ ਦੇ ਵਿੱਚ ਇੱਕ PDF ਪ੍ਰੋਵਾਈਡ ਕਰ ਦਣੀ ਹੈ, ਐਂਡ ਦੇ ਵਿੱਚ ਤੁਸੀਂ ਉਸ ਸਟਰਕਚਰਸ ਨੋਟ ਕਰ ਸਕਦੇ ਆ। ਈਵਨ ਤੁਸੀਂ ਮੈਨੂੰ WhatsApp ਕਰਕੇ ਦਿੱਤੇ ਗਏ ਨੰਬਰ ਦੇ ਉੱਤੇ ਉਹ PDF ਜਿਹੜੀ ਆ ਮੰਗਵਾ ਵੀ ਸਕਦੇ ਆ, ਬਿਲਕੁਲ ਫ੍ਰੀ ਆਫ ਕਾਸਟ ਤੁਹਾਨੂੰ ਮਿਲ ਜੂਗੀ ਤੇ ਉਹਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਐਕਸਰਸਾਈਜ਼ ਜਿਹੜੀ ਆ ਉਹ ਵੀ ਤੁਹਾਨੂੰ ਮੈਂ ਜ਼ਰੂਰ ਪ੍ਰੋਵਾਈਡ ਕਰੂੰਗਾ। ਸੋ ਸਟੂਡੈਂਟਸ ਇਸ ਤੋਂ ਇਲਾਵਾ ਅਸੀਂ ਇਹੀ ਸੈਂਟੈਂਸ ਨੂੰ ਥੋੜਾ ਚੇਂਜ ਕਰਕੇ ਬਣਾ ਸਕਦੇ। ਤੁਹਾਨੂੰ ਪਤਾ ਕਿ ਆਹ ਸੈਂਟੈਂਸ ਮੈਂ ਕਿਸੇ ਵੀ ਤਰੀਕੇ ਨਾਲ ਬਣਾ ਸਕਦਾ ਮੈਂ। ਸੋ ਇਹ ਸੈਂਟੈਂਸ ਕਿਸੇ ਵੀ ਤਰੀਕੇ ਨਾਲ ਲਿਖਿਆ ਜਾ ਸਕਦਾ, ਫਿਊਚਰ ਵਾਲਾ, ਇਹਨੂੰ ਘੁਮਾ ਕੇ ਜਿੱਦਾਂ ਮਰਜ਼ੀ ਲਿਖ ਲਓ, ਜਿਹਨੂੰ ਮਰਜ਼ੀ ਸਬਜੈਕਟ ਬਣਾ ਸਕਦੇ। ਸੋ ਦੇਖਦੇ ਹਾਂ ਆਪਾਂ ਇੱਕ ਹੋਰ ਤਰੀਕੇ ਨਾਲ ਵੀ ਇਹ ਸੈਂਟੈਂਸ ਜਿਹੜੇ ਆ ਸਾਰੇ ਮੈਂ ਮਿਕਸ ਕਰਕੇ ਲਿਖੂੰਗਾ ਕਿੱਦਾਂ ਲਿਖੇ ਜਾਣਗੇ। ਲੋ ਸਟੂਡੈਂਟਸ ਥਰਡ ਜਿਹੜੀ ਚੁਆਇਸ ਹੈਗੀ ਜਾਂ ਥਰਡ ਟਾਈਪ ਵੀ ਉਹ ਵੀ ਤੁਹਾਡੀ ਸਕਰੀਨ ਦੇ ਉੱਤੇ ਆ। ਇਹ ਸੈਂਟੈਂਸ ਥੋੜਾ ਜਿਹਾ ਵੱਡਾ ਹੋ ਸਕਦਾ ਬਟ ਇਫੈਕਟਿਵ ਸੈਂਟੈਂਸ ਆ ਜਿੰਨੇ ਵੀ ਤੁਹਾਨੂੰ ਕਰਵਾ ਰਹੇ ਆ, ਇੰਪੋਰਟੈਂਟ ਏਰੀਆ। ਸੋ ਇਹਦੇ ਵਿੱਚ ਕੀ ਹੈਗਾ ਸਟਰਕਚਰ ਤੁਹਾਡੀ ਸਕਰੀਨ ਤੇ ਆ ਦਾ whatever is noticing ਮੀਨਸ ਕੀ ਆ ਕਿ ਤੁਸੀਂ ਦੇਖ ਰਹੇ ਆ ਕਿ ਜਿੱਦਾਂ ਇੱਥੇ ਕਿਹੜੀ ਚੀਜ਼ ਨੋਟਿਸ ਕਰਦੀ ਪਈ ਆ ਆਪਣੀ ਪੋਪੂਲੇਸ਼ਨ ਦੇ ਵਿੱਚ ਇਨਕਰੀਜ਼। USA ਨੋਟਿਸ ਕਰੂਗਾ ਜਾਂ UK ਨੇ ਨੋਟਿਸ ਕਰਨਾ, UK ਨੇ ਵਿਟਨੈਸ ਕਰਨਾ ਕਿ ਉਹਨਾਂ ਦੀ ਪੋਪੂਲੇਸ਼ਨ ਜਿਹੜੀ ਵੱਧ ਰਹੀ ਆ, ਜਾਂ ਫਿਰ ਪੋਪੂਲੇਸ਼ਨ ਵੀ ਤਾਂ ਨੋਟਿਸ ਕਰ ਹੀ ਰਹੀ ਆ ਆਪਣੇ ਆਪ ਦੇ ਵਿੱਚ ਇਨਕਰੀਜ਼। ਸੋ ਉਹ ਵਾਲੀ ਚੀਜ਼ ਇੱਥੇ ਯੂਜ਼ ਹੋਊਗੀ ਜਿਹੜੀ ਵੀ ਚੀਜ਼ ਜਾਂ ਤਾਂ ਉਹਨੂੰ ਵਿਟਨੈਸ ਕਰਦੀ ਪਈ ਆ। ਜਿੱਦਾਂ ਮੈਂ ਕਹਿ ਦਵਾਂ ਕਿ ਇੰਡੀਆ ਦੇਖ ਰਿਹਾ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਮਹਿੰਗਾਈ ਵੱਧ ਰਹੀ ਆ, ਸੋ ਇੰਡੀਆ ਇਜ਼ ਵਿਟਨੈਸਿੰਗ। ਸੇਮ ਉਸੇ ਤਰੀਕੇ ਦੇ ਨਾਲ ਕੰਟਰੀ ਜਾਂ ਪੋਪੂਲੇਸ਼ਨ ਜਿਹੜੀ ਵੀ ਚੀਜ਼ ਉਹਨੂੰ ਵਿਟਨੈਸ ਕਰਦੀ ਉਹ ਵਾਲੀ ਚੀਜ਼ ਇੱਥੇ ਯੂਜ਼ ਕੀਤੀ ਜਾਣੀ ਹੈ। ਸੋ ਇਹ ਚੀਜ਼ ਲੱਗੂਗੀ, ਫਿਰ ਉਸ ਤੋਂ ਬਾਅਦ ਲੱਗੂਗਾ ਇਜ਼। ਇਸ ਤੋਂ ਬਾਅਦ ਸਾਡੀਆਂ ਉਹੀ ਵਰਬ ਦੀਆਂ ਫਾਰਮਸ ਜਿਹੜੀਆਂ ਇੱਥੇ ਐਜ਼ ਅ ਵਰਬ ਦੀ ਥਰਡ ਫਾਰਮ ਲੱਗਣੀ ਆ। ਸੋ ਦੈਨ ਸੈਂਟੈਂਸ ਥੋੜਾ ਵੱਡਾ ਹੈ, ਮੈਂ ਨੀਚੇ ਲਿਖਿਆ ਪਲੱਸ ਕਰਕੇ ਫਿਰ ਟੂ ਲਗਾਓਗੇ। ਟੂ ਤੋਂ ਬਾਅਦ ਤੁਸੀਂ ਵਿਟਨੈਸ, ਨੋਟਿਸ, ਸੀ, ਐਕਸਪੀਰੀਅੰਸ ਇਸ ਤਰ੍ਹਾਂ ਦੇ ਵਰਡਸ ਨੂੰ ਤੁਸੀਂ ਯੂਜ਼ ਕਰ ਸਕਦੇ ਆ। ਔਰ ਯਾਦ ਰੱਖਣਾ ਸਟੂਡੈਂਟਸ ਕਿ ਇਹ 2 + V1 ਹੀ ਰਹਿਣਾ ਚਾਹੀਦਾ ਆ। ਇਹ ਜਿਹੜੇ ਤੁਸੀਂ ਯੂਜ਼ ਕਰਨੇ V1, ਇਹ ਜਿਹੜਾ ਤੁਸੀਂ ਯੂਜ਼ ਕਰਨਾ ਹੈ V3 ਹੋਣਾ ਚਾਹੀਦਾ। ਸੋ ਦੈਨ ਆਰਟੀਕਲ A ਜਾਂ ਐਨ ਲੱਗੂਗਾ। ਉਸ ਤੋਂ ਬਾਅਦ ਇਨਕਰੀਜ਼ ਜਾਂ ਡਿਕਰੀਜ਼ ਜੋ ਵੀ ਤੁਸੀਂ ਲਿਖਣਾ ਚਾਹੁੰਦੇ ਹੋ। ਦੈਨ ਇਨ, ਤੇ ਇਨ ਤੋਂ ਬਾਅਦ ਉਹ ਚੀਜ਼ ਲੱਗ ਸਕਦੀ ਹੈ ਜਿਹਦੇ ਵਿੱਚ ਤੁਸੀਂ ਡਿਕਰੀਜ਼ ਜਾਂ ਇਨਕਰੀਜ਼ ਸ਼ੋ ਕਰ ਰਹੇ ਆ। ਬਾਕੀ ਟਾਈਮ ਪੀਰੀਅਡ ਤੁਹਾਨੂੰ ਮੈਂ ਦੱਸ ਕੇ ਆਇਆ ਵੀ ਕਿਸ ਤਰੀਕੇ ਨਾਲ ਯੂਜ਼ ਕਰਨਾ। ਇਹਦੀ ਵੀ ਐਗਜ਼ਾਮਪਲ ਲੈਂਦੇ ਆ। The USA is expected means कि USA is expected to witness an increase from 20% to 40 लिख देता मैं इसे 45% in its population by 2030। ਇਹਦਾ ਮੀਨਿੰਗ ਕੀ ਹੋ ਗਿਆ ਕਿ ਜਿਹੜਾ USA ਹੈਗਾ ਆ ਐਕਸਪੈਕਟ ਕੀਤਾ ਜਾਂਦਾ ਕਿ ਉਹ ਵਿਟਨੈਸ ਕਰੂਗਾ ਇੱਕ ਇਨਕਰੀਜ਼। ਇਹ ਇਨਕਰੀਜ਼ ਡਿਕਰੀਜ਼ ਵਾਲੇ ਸੈਂਟੈਂਸ ਆ ਗਏ
ਕਿ ਉਹਦੇ ਵਿੱਚ ਇਨਕਰੀਜ਼ ਆਊਗਾ 20 ਤੋਂ ਲੈ ਕੇ 45%। ਇਹਨੂੰ ਤੁਸੀਂ ਬਾਏ ਨਾਲ ਵੀ ਲਿਖ ਸਕਦੇ ਆ ਕਿ ਜਿੱਦਾਂ 20 ਤੋਂ 45 ਵੱਧ ਰਹੀ ਹੈ ਤਾਂ ਇਟ ਮੀਨਸ ਕਿ ਬਾਏ ਲਗਾ ਕੇ ਅਸੀਂ ਇਹਨੂੰ ਇਸ ਤਰੀਕੇ ਦੇ ਨਾਲ ਆਪਾਂ 25% ਵੀ ਲਿਖ ਸਕਦੇ, ਕਿਉਂਕਿ ਜਿਹੜਾ ਇਨਕਰੀਜ਼ ਆ ਰਿਹਾ 25% ਦਾ ਆ ਰਿਹਾ। ਸੋ ਉਹ ਵੀ ਲਿਖਿਆ ਜਾ ਸਕਦਾ ਕਿ ਇਨਕਰੀਜ਼ ਬਾਈ 25%, ਠੀਕ ਹੈ, ਇਨ ਇਟਸ ਪੋਪੂਲੇਸ਼ਨ ਬਾਈ 2030। ਸੋ ਹੋਪ ਹੈ ਕਿ ਸਟੂਡੈਂਟ ਤੁਹਾਨੂੰ ਇਹ ਵੀ ਸੈਂਟੈਂਸ ਜਿਹੜਾ ਸਮਝ ਲੱਗ ਗਿਆ ਹੋਊਗਾ। ਸੋ ਮੈਂ ਤਿੰਨ ਤਰ੍ਹਾਂ ਦੇ ਸੈਂਟੈਂਸ ਦੱਸਦੇ ਔਰ ਉਹ ਤਿੰਨਾਂ ਸੈਂਟੈਂਸਸ ਦੇ ਵਿੱਚ ਤੁਸੀਂ ਕਦੀ ਫਿਊਚਰ, ਕਦੀ ਕੰਟੀਨਿਊਸ, ਕਦੀ ਪਰਫੈਕਟ ਯੂਜ਼ ਕਰਕੇ ਕੰਪਲੀਟਲੀ ਵੈਰਾਈਟੀ ਸ਼ੋ ਕਰ ਸਕਦੇ ਹੋ ਔਰ ਤੁਹਾਨੂੰ ਗਾਰੰਟੀ ਦੇ ਨਾਲ ਇੱਕ ਵੀ ਸੈਂਟੈਂਸ ਰਿਪੀਟ ਨਹੀਂ ਕਰਨਾ ਪਊਗਾ, ਇਹ ਮੇਰੀ ਗਾਰੰਟੀ ਹੈਗੀ ਆ। ਸੋ ਸਟੂਡੈਂਟਸ ਹੋਪ ਹੈ ਕਿ ਤੁਹਾਨੂੰ ਸਮਝ ਲੱਗਿਆ ਹੋਊਗਾ। ਇੱਕ ਚੀਜ਼ ਹੋਰ ਹੈਗੀ ਆ ਕਿ ਮੈਂ ਸਿੱਧੇ ਤੁਹਾਨੂੰ ਫਿਊਚਰ ਵਾਲੇ ਦੱਸੇ ਆ, ਇਹਦੇ ਵਿੱਚ ਕੋਈ ਪਾਸਟ ਵਾਲਾ ਟੈਂਸ ਨਹੀਂ ਦੱਸਿਆ ਹੈਗਾ। ਪਾਸਟ ਵਾਲਾ ਸੈਂਟੈਂਸ ਇਹਦੇ ਪਿੱਛੇ ਲਿਖਿਆ ਜਾਊਗਾ, ਉਹ ਮੈਂ ਕਿਸੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਚਾਰਟ ਲਿਖ ਕੇ ਦਿਖਾਊਂਗਾ ਕਿ ਫਿਊਚਰ ਐਂਡ ਪਾਸਟ ਵਾਲੇ ਟੈਂਸ ਨੂੰ ਲਿਖਣਾ ਕਿੱਦਾਂ। ਇਹਦੇ ਵਿੱਚ ਆਪਾਂ ਜਸਟ ਫਿਊਚਰ ਵਾਲੀ ਗੱਲ ਕਰਦੇ ਪਏ ਸੀਗੇ, ਪਾਸਟ ਵਾਲੇ ਬਿਕੋਜ਼ ਤੁਹਾਨੂੰ ਐਕਸਪੀਰੀਅੰਸ ਹੁੰਦਾ, ਤੁਸੀਂ ਬਹੁਤ ਜ਼ਿਆਦਾ ਟੈਂਸ ਉਹਦੇ ਵਿੱਚ ਯੂਜ਼ ਕਰਦੇ ਆ ਪਾਸਟ ਵਾਲੇ ਚਾਰਟਸ ਨੂੰ। ਸੋ ਫਿਊਚਰ ਦੇ ਵਿੱਚ ਘੱਟ ਹੁੰਦੇ, ਇਸ ਕਰਕੇ ਮੈਂ ਕਹਿੰਦੇ ਫਿਊਚਰ ਵਾਲੇ ਦੇ ਉੱਤੇ ਫੋਕਸ ਕੀਤਾ ਹੈ। ਮੈਂ ਇੱਕ ਤੁਹਾਡੇ ਲਈ ਕੁਝ ਕੁ ਸੈਂਟੈਂਸਸ ਅਖੀਰ ਦੇ ਵਿੱਚ ਅਗੇਨ ਜਿਹੜੇ ਲਿਖਣ ਵੀ ਲੱਗਾ ਉਹ ਵੀ ਦੇਖ ਲਿਓ ਜਰੂਰ ਇੱਕ ਵਾਰੀ, ਕਿੱਦਾਂ ਅਲੱਗ-ਅਲੱਗ ਤਰ੍ਹਾਂ ਦੇ ਸੈਂਟੈਂਸ ਬਣਾਏ ਆ ਸੇਮ ਦੇ ਲਈ। ਸੋ ਇਸ ਤੋਂ ਇਲਾਵਾ ਅਗਰ ਤੁਸੀਂ ਇਹਦੀ PDF ਚਾਹੁੰਦੇ ਹੋ ਤਾਂ ਵੀ ਤੁਸੀਂ ਮੈਨੂੰ ਦਿੱਤੇ ਗਏ WhatsApp ਨੰਬਰ ਤੇ ਕਾਲ ਕਰਕੇ ਉਹ PDF ਜਿਹੜੀ ਆ ਫ੍ਰੀ ਆਫ ਕਾਸਟ ਲੈ ਸਕਦੇ ਹੋ। ਸੋ ਸਟੂਡੈਂਟਸ ਫਾਈਨਲੀ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਕਦੀ ਪਹਿਲਾਂ ਨਹੀਂ ਕਿਹਾ ਤੁਹਾਨੂੰ, ਤੁਸੀਂ ਦੇਖ ਲਿਆ ਕਿ ਮੈਂ ਇਹ ਨਹੀਂ ਕਿਹਾ ਕਿ ਚੈਨਲ ਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ ਜਾਂ ਸ਼ੇਅਰ ਕਰ ਦਿਓ। ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ, ਤਾਂ ਹੀ ਇਸ ਵੀਡੀਓ ਨੂੰ ਲਾਈਕ ਕਰਨਾ ਔਰ ਤਾਂ ਹੀ ਤੁਸੀਂ ਬਾਕੀਆਂ ਦੇ ਨਾਲ ਸ਼ੇਅਰ ਵੀ ਕਰਨਾ ਹੈਗਾ ਆ। ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਮਿਲ ਜਾਣ ਤਾਂ ਦੈਨ ਤਾਂ ਡੈਫੀਨਿਟਲੀ ਤੁਹਾਨੂੰ ਸਬਸਕ੍ਰਾਈਬ ਕਰਨਾ ਹੀ ਪੈਣਾ ਹੈ, ਬਿਕੋਜ਼ ਮੈਂ ਨਵੇਂ ਟੌਪਿਕ ਲੈ ਕੇ ਈਜ਼ੀ ਵੇ ਦੇ ਵਿੱਚ ਸਟੂਡੈਂਟਸ ਲਈ ਆਉਂਦਾ ਰਹਿਣਾ। ਸੋ ਸਟੂਡੈਂਟਸ ਅਗੇਨ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਐਂਡ ਕੀਪ ਸਪੋਰਟਿੰਗ ਅਸ। ਥੈਂਕ ਯੂ।